ਹੈਲੋ ਫਰੈਂਡਸ, ਅੱਜ ਆਪਾਂ PSCB ਮੀਨਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੇ ਸਮਾਜਿਕ ਵਿਗਿਆਨ ਦੀ ਸਾਰੀ ਬੁੱਕ ਦਾ ਨਿਚੋੜ ਡਿਸਕਸ ਕਰਾਂਗੇ। ਸਾਡਾ ਟਾਰਗੇਟ 7 ਮਾਰਚ 2024 ਨੂੰ ਹੋਣ ਵਾਲਾ ਪੇਪਰ ਰਹੇਗਾ। ਲੈਟਸ ਗੈਟ ਸਟਾਰਟਡ। ਤਾਂ ਪਹਿਲਾ ਕੁਐਸਚਨ ਹੈਗਾ ਜੀ, ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਹੈ? ਤੇ ਇਹਦਾ ਆਨਸਰ ਆਏਗਾ 71% ਯਾਨੀ ਕਿ ਆੜਾ ਨੰਬਰ। ਦੂਸਰਾ ਕੁਐਸਚਨ ਹੈਗਾ, ਬਾਕੀ ਸਾਧਨਾਂ ਦੇ ਵਿਕਾਸ ਲਈ ਕਿਹੜਾ ਸਾਧਨ ਪੂਰੀ ਤਰ੍ਹਾਂ ਵਿਕਸਿਤ ਹੋਣਾ ਚਾਹੀਦਾ ਹੈ? ਤੇ ਇਹਦਾ ਆਨਸਰ ਆਏਗਾ ਸੱਸਾ ਯਾਨੀ ਕਿ ਮਨੁੱਖੀ ਸਾਧਨ। ਤੀਸਰਾ ਕੁਐਸਚਨ ਹੈਗਾ, ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਸਮੁੰਦਰਾਂ ਤੋਂ ਉਤਪੰਨ ਹੋਏ ਹਨ? ਤੇ ਰਾਈਟ ਆਨਸਰ ਆਫ ਦਿਸ ਕੁਐਸਚਨ ਇਜ਼ ਊੜਾ ਯਾਨੀ ਕਿ 75%। ਅਗਲਾ ਕੁਐਸਚਨ ਹੈਗਾ, ਸੰਸਾਰ ਦੇ ਕਿੰਨੇ ਪ੍ਰਤੀਸ਼ਤ ਭੋਜਨ ਪਦਾਰਥ ਜੀਵ ਸਾਧਨਾਂ ਤੇ ਨਿਰਭਰ ਹਨ? ਤਾਂ ਆਨਸਰ ਕੀ ਆਏਗਾ 85%। ਪੰਜਵਾਂ ਕੁਐਸਚਨ ਹੈਗਾ, ਲੋਹਾ, ਤਾਂਬਾ, ਚਾਂਦੀ, ਸੋਨਾ ਆਦਿ ਕਿਹੜੇ ਖਣਿਜ ਪਦਾਰਥ ਹਨ? ਤਾਂ ਆਨਸਰ ਕੀ ਆਏਗਾ ਊੜਾ ਯਾਨੀ ਕਿ ਧਾਤੂ ਖਣਿਜ। ਤਾਂ ਅਗਲਾ ਕੁਐਸਚਨ ਹੈਗਾ, ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਵਰਤੋਂ ਨਹੀਂ ਹੁੰਦੀ, ਕੀ ਅਖਵਾਉਂਦੇ ਹਨ? ਤਾਂ ਆਨਸਰ ਕੀ ਆਏਗਾ ਸੰਭਾਵਿਤ ਸਾਧਨ ਯਾਨੀ ਕਿ ਆੜਾ ਨੰਬਰ। ਅਗਲਾ ਕੁਐਸਚਨ ਹੈਗਾ, ਪੈਟਰੋਲੀਅਮ, ਅਬਰਕ, ਕੋਲਾ, ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ? ਇਹਦਾ ਆਨਸਰ ਕੀ ਆਏਗਾ ਅਧਾਤੂ ਖਣਿਜ ਯਾਨੀ ਕਿ ਆੜਾ ਆਪਸ਼ਨ। ਅਗਲਾ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਹੜਾ ਸਾਧਨ ਨਿਰਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ? ਤਾਂ ਇਹਦਾ ਆਨਸਰ ਕੀ ਆਏਗਾ ਸੱਸਾ ਯਾਨੀ ਕਿ ਖਣਿਜ ਪਦਾਰਥ। ਹੇਠ ਲਿਖਿਆਂ ਵਿੱਚੋਂ ਕਿਹੜੇ ਸਾਧਨ ਨੂੰ ਕੁਦਰਤੀ ਸਾਧਨਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ? ਤਾਂ ਇਹਦਾ ਆਨਸਰ ਆਏਗਾ ਮਸ਼ੀਨਰੀ ਯਾਨੀ ਕਿ ਸੱਸਾ। ਅਗਲਾ ਕੁਐਸਚਨ ਹੈਗਾ, ਭਾਰਤ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲਾਂ ਦੇ ਹੇਠ ਹੈ? ਤੇ ਇਹਦਾ ਆਨਸਰ ਆਏਗਾ 22.2%। ਅਗਲਾ ਕੁਐਸਚਨ ਹੈਗਾ, ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਗਈ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ? ਇਹਦਾ ਆਨਸਰ ਆਏਗਾ ਜਲੋੜ ਮਿੱਟੀ। ਤਾਂ ਅਗਲਾ ਕੁਐਸਚਨ ਹੈਗਾ, ਕਿਹੜੀ ਮਿੱਟੀ ਕਪਾਹ ਦੀ ਫਸਲ ਲਈ ਢੁਕਵੀਂ ਹੁੰਦੀ ਹੈ? ਤੇ ਇਹਦਾ ਆਨਸਰ ਆਏਗਾ ਕਾਲੀ ਮਿੱਟੀ ਯਾਨੀ ਕਿ ਸੱਸਾ ਆਨਸਰ। ਅਗਲਾ ਕੁਐਸਚਨ ਹੈਗਾ, ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਮਾਦੇ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ? ਤੇ ਇਹਦਾ ਆਨਸਰ ਆਏਗਾ ਲਾਲ ਮਿੱਟੀ। ਤਾਂ ਅਗਲਾ ਕੁਐਸਚਨ ਹੈਗਾ, ਸਾਡੀ ਧਰਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਭੂਮੀ ਹੈ? ਤੇ ਇਹਦਾ ਆਨਸਰ ਕੀ ਆਏਗਾ 29%। ਅਗਲਾ ਕੁਐਸਚਨ ਹੈਗਾ, ਕਾਲੀ ਮਿੱਟੀ ਦੇਸ਼ ਦੀ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ? ਤੇ ਇਹਦਾ ਆਨਸਰ ਕੀ ਆਏਗਾ 16.6% ਯਾਨੀ ਕਿ ਆੜਾ ਨੰਬਰ। ਅਗਲਾ ਕੁਐਸਚਨ ਹੈਗਾ, ਜਲੋੜ ਮਿੱਟੀ ਭਾਰਤ ਦੇ ਲਗਭਗ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ? ਤੇ ਇਹਦਾ ਆਨਸਰ ਕੀ ਆਏਗਾ 45%। ਅਗਲਾ ਕੁਐਸਚਨ ਹੈਗਾ, ਜੰਗਲੀ ਜੀਵਾਂ ਲਈ ਭਾਰਤੀ ਬੋਰਡ ਯਾਨੀ ਕਿ ਇੰਡੀਅਨ ਬੋਰਡ ਫॉर ਵਾਈਲਡ ਲਾਈਫ ਦੀ ਸਥਾਪਨਾ ਕਦੋਂ ਕੀਤੀ ਗਈ? ਇਹਨੂੰ ਤੁਸੀਂ ਯਾਦ ਰੱਖਣਾ ਹੈਗਾ 1952 ਯਾਨੀ ਕਿ ਊੜਾ ਨੰਬਰ। ਅਗਲਾ ਕੁਐਸਚਨ ਹੈਗਾ, ਲੋਹੇ ਤੋਂ ਸਟੀਲ ਬਣਾਉਣ ਲਈ ਕਿਹੜਾ ਖਣਿਜ ਪਦਾਰਥ ਕੰਮ ਆਉਂਦਾ ਹੈ? ਇਹਦਾ ਆਨਸਰ ਆਏਗਾ ਮੈਗਨੀਜ਼। ਤਾਂ ਅਗਲਾ ਕੁਐਸਚਨ ਹੈਗਾ, ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਤੇ ਇਹਦਾ ਆਨਸਰ ਆਏਗਾ ਆੜਾ ਯਾਨੀ ਕਿ USA। ਅਗਲਾ ਕੁਐਸਚਨ ਹੈਗਾ, ਕਿਹੜੇ ਖਣਿਜ ਦੀ ਵਰਤੋਂ ਕੰਡੈਂਸਰ, ਇੰਸੂਲੇਟਰ, ਬਿਜਲੀ ਦੀਆਂ ਪ੍ਰੈਸਾਂ ਵਿੱਚ ਕੁਚਾਲਕ ਵਜੋਂ ਕੀਤੀ ਜਾਂਦੀ ਹੈ? ਤੇ ਇਹਦਾ ਆਨਸਰ ਆਏਗਾ ਅਬਰਕ ਯਾਨੀ ਕਿ ਆੜਾ ਨੰਬਰ। ਅਗਲਾ ਕੁਐਸਚਨ ਹੈਗਾ, ਕੋਲੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ? ਤੇ ਇਹਦਾ ਆਨਸਰ ਕੀ ਆਏਗਾ ਐਬਰੇਸਾਈਟ ਯਾਨੀ ਕਿ ਆੜਾ ਨੰਬਰ। ਅਗਲਾ ਕੁਐਸਚਨ ਹੈਗਾ, ਭਾਰਤ ਪੂਰੇ ਸੰਸਾਰ ਦੇ ਕਿੰਨੇ ਪ੍ਰਤੀਸ਼ਤ ਬਿਜਲੀ ਪੈਦਾ ਕਰਦਾ ਹੈ? 1% ਊੜਾ ਆਨਸਰ। ਅਗਲਾ ਕੁਐਸਚਨ ਹੈਗਾ, ਇਹਨਾਂ ਵਿੱਚੋਂ ਕਿਹੜਾ ਪਰਮਾਣੂ ਖਣਿਜ ਪਦਾਰਥ ਨਹੀਂ ਹੈ? ਤੇ ਇਹਦਾ ਆਨਸਰ ਆਏਗਾ ਮੈਗਨੀਜ਼। ਤਾਂ ਅਗਲਾ ਕੁਐਸਚਨ ਆ ਗਿਆ, ਭਾਰਤ ਦਾ ਕਿਹੜਾ ਰਾਜ ਬਿਜਲੀ ਤਿਆਰ ਨਹੀਂ ਕਰਦਾ? ਤੇ ਇਹਦਾ ਆਨਸਰ ਆਏਗਾ ਗੋਆ ਯਾਨੀ ਕਿ ਸੱਸਾ। ਅਗਲਾ ਕੁਐਸਚਨ ਆ ਗਿਆ, ਊਰਜਾ ਦੇ ਨਵੇਂ ਸ਼ਕਤੀ ਸਾਧਨ ਵਿੱਚ ਸ਼ਾਮਿਲ ਹੈ? ਤਾਂ ਕੀ ਆਏਗਾ ਪੌਣ ਸ਼ਕਤੀ ਯਾਨੀ ਕਿ ਈਡੀ ਆਨਸਰ। ਅਗਲਾ ਕੁਐਸਚਨ ਆ ਗਿਆ, ਕੱਚਾ ਲੋਹਾ ਹੇਠ ਲਿਖੇ ਰਾਜਾਂ ਵਿੱਚੋਂ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਮਿਲਦਾ ਹੈ? ਤਾਂ ਇਹਦਾ ਆਨਸਰ ਕੀ ਆਏਗਾ ਬਿਹਾਰ। ਬਿਹਾਰ ਵਿੱਚ ਕੋਲਾ ਸਭ ਤੋਂ ਵੱਧ ਮਾਤਰਾ ਵਿੱਚ ਮਿਲਦਾ ਹੈ। ਅਗਲਾ ਆਏਗਾ, ਭਾਰਤ ਵਿੱਚ ਸਭ ਤੋਂ ਜ਼ਿਆਦਾ ਪਟਸਨ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ? ਇਹਨੂੰ ਤੁਸੀਂ ਯਾਦ ਰੱਖਣਾ ਹੈਗਾ ਪੱਛਮੀ ਬੰਗਾਲ ਯਾਨੀ ਕਿ ਈਡੀ ਨੰਬਰ। ਅਗਲਾ ਆ ਗਿਆ, ਸੰਸਾਰ ਦਾ ਸਭ ਤੋਂ ਜ਼ਿਆਦਾ ਚਾਹ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਇਹਦਾ ਆਨਸਰ ਆਏਗਾ ਚੀਨ। ਅਗਲਾ ਕੁਐਸਚਨ ਆ ਗਿਆ, ਅਮਰੀਕਾ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀਬਾੜੀ ਦੇ ਕੰਮ ਵਿੱਚ ਲੱਗੇ ਹੋਏ ਹਨ? ਤੇ ਇਹਦਾ ਆਨਸਰ ਆਏਗਾ 3%। ਅੱਗੇ ਆ ਗਿਆ, ਮੱਕੀ ਤੋਂ ਕੀ ਤਿਆਰ ਕੀਤਾ ਜਾਂਦਾ ਹੈ? ਇਹ ਕੀ ਕੀਤਾ ਹੋਇਆ ਗਲੂਕੋਜ਼, ਸਟਾਰਚ, ਅਲਕੋਹਲ ਜਾਂ ਉਪਰੋਕਤ ਸਾਰੇ? ਤੇ ਇਹਦਾ ਆਨਸਰ ਆਏਗਾ ਉਪਰੋਕਤ ਸਾਰੇ ਯਾਨੀ ਕਿ ਸਾਰੇ ਆਣਗੇ। ਅਗਲਾ ਆ ਗਿਆ, ਪੰਜਾਬ ਵਿੱਚ ਕਿਸ ਕਿਸਮ ਦੀ ਖੇਤੀ ਸਭ ਤੋਂ ਵੱਧ ਕੀਤੀ ਜਾਂਦੀ ਹੈ? ਸੰਘਣੀ ਖੇਤੀ ਹੈ। ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਦੀ ਕਿਹੜੀ ਕਿਸਮ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? ਤੇ ਇਹਦਾ ਆਨਸਰ ਆਏਗਾ ਲੰਬੇ ਰੇਸ਼ੇ ਵਾਲੀ। ਤਾਂ ਅਗਲਾ ਆ ਗਿਆ ਕੁਐਸਚਨ ਨੰਬਰ 33, ਜਿਹਦੇ ਵਿੱਚ ਹੈ ਕਿ ਭਾਰਤੀ ਰਿਜ਼ਰਵ ਬੈਂਕ ਐਕਟ 1934 ਦੇ ਦੂਜੀ ਅਨੁਸੂਚੀ ਵਿੱਚ ਸ਼ਾਮਿਲ ਬੈਂਕਾਂ ਨੂੰ ਕਿਹਾ ਜਾਂਦਾ ਹੈ? ਤਾਂ ਕੀ ਕਿਹਾ ਜਾਂਦਾ ਹੈ? ਅਨੁਸੂਚਿਤ ਬੈਂਕ। ਅਗਲਾ ਕੁਐਸਚਨ ਹੈ, 34ਵਾਂ ਡੈਸ਼ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ? ਤੇ ਇਹਦਾ ਆਨਸਰ ਆਏਗਾ ਖੇਤਰੀ ਪੇਂਡੂ ਬੈਂਕ। ਤਾਂ ਅਗਲਾ ਕੁਐਸਚਨ ਹੈ, ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਹੁੰਦਾ ਹੈ? ਤੇ ਕਿਹਦੇ ਹੱਥ ਹੁੰਦਾ ਹੈ? ਜਨਤਕ ਖੇਤਰ ਦੇ ਯਾਨੀ ਕਿ ਊੜਾ ਆਨਸਰ ਆਏਗਾ। ਤਾਂ ਅਗਲਾ ਕੁਐਸਚਨ ਆ ਗਿਆ 36ਵਾਂ, ਇੱਕ ਡੈਸ਼ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚ ਭੁਗਤਾਨ ਦਾ ਆਦੇਸ਼ ਦਿੰਦਾ ਹੈ? ਤੇ ਇਹਦਾ ਆਨਸਰ ਆਏਗਾ ਚੈੱਕ ਯਾਨੀ ਕਿ ਈਡੀ ਆਨਸਰ। ਅਗਲਾ ਆ ਗਿਆ 37ਵਾਂ, ਡੈਸ਼ ਚੈੱਕ ਨੂੰ ਫੰਡ ਵਾਲੇ ਖਾਤੇ ਤੱਕ ਭੇਜਣ ਵਿੱਚ ਮਦਦ ਕਰਦਾ ਹੈ? ਤਾਂ ਕੀ ਆਨਸਰ ਆਏਗਾ MICR ਕੋਡ। ਤਾਂ ਅਗਲਾ ਕੁਐਸਚਨ ਆ ਗਿਆ 38ਵਾਂ, 11 ਅੱਖਰਾਂ ਦਾ ਇੱਕ ਕੋਡ ਹੁੰਦਾ ਹੈ ਜੋ ਉਸ ਬੈਂਕ ਅਤੇ ਉਸਦੀ ਸ਼ਾਖਾ ਦੀ ਪਛਾਣ ਕਰਵਾਉਂਦਾ ਹੈ ਜਿਸ ਵਿੱਚ ਖਾਤਾ ਹੁੰਦਾ ਹੈ? ਤਾਂ ਇਹਨੂੰ ਕੀ ਕਿਹਾ ਜਾਂਦਾ ਹੈ? IFSC ਕੋਡ ਯਾਨੀ ਕਿ ਆੜਾ ਆਨਸਰ। ਅਗਲਾ ਆ ਗਿਆ 39ਵਾਂ ਕੁਐਸਚਨ, ਭੂਚਾਲ ਆਉਣ ਕਾਰਨ ਕਿੰਨਾ ਨੁਕਸਾਨ ਹੋਇਆ ਹੈ? ਇਸ ਨੂੰ ਮਾਪਣ ਵਾਲੇ ਪੈਮਾਨੇ ਨੂੰ ਕੀ ਕਹਿੰਦੇ ਹਨ? ਮਰਕਾਲੀ। ਤਾਂ ਆੜਾ ਆਨਸਰ ਆਏਗਾ। ਤਾਂ ਅਗਲਾ ਕੁਐਸਚਨ ਆ ਗਿਆ 40, ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲਾ ਖੁੱਲਾ ਪੈਮਾਨਾ ਕਿਹੜਾ ਹੁੰਦਾ ਹੈ? ਰਿਕਟਰ ਯਾਨੀ ਤੁਸੀਂ ਯਾਦ ਰੱਖੋਗੇ ਆੜਾ ਨੰਬਰ ਰਿਕਟਰ। ਤਾਂ ਅਗਲਾ ਆ ਗਿਆ 41ਵਾਂ, ਹੜ੍ਹ ਦੇ ਆਉਣ ਦੇ ਕਿਹੜੇ ਕਾਰਨ ਹੁੰਦੇ ਹਨ? ਜ਼ਿਆਦਾ ਵਰਖਾ, ਬੱਦਲਾਂ ਦਾ ਫਟਣਾ, ਬੰਨਾਂ ਦਾ ਟੁੱਟ ਜਾਣਾ ਜਾਂ ਉਪਰੋਕਤ ਸਾਰੇ? ਤਾਂ ਆਨਸਰ ਕੀ ਆਏਗਾ ਉਪਰੋਕਤ ਸਾਰੇ, ਕਿਉਂਕਿ ਸਾਰੇ ਹੀ ਠੀਕ ਹਨ। ਤਾਂ ਅਗਲਾ ਕੁਐਸਚਨ ਆ ਗਿਆ 42ਵਾਂ, ਊਸ਼ਣ ਚੱਕਰਵਾਤਾਂ ਦੀ ਗਤੀ ਆਮ ਤੌਰ ਤੇ ਕਦੋਂ ਆਫਤ ਬਣ ਜਾਂਦੀ ਹੈ? ਤੇ ਇਹਦਾ ਆਨਸਰ ਆਏਗਾ 100 ਕਿਲੋਮੀਟਰ ਪ੍ਰਤੀ ਘੰਟਾ ਈਡੀ ਆਨਸਰ। ਅਗਲਾ ਆ ਗਿਆ 43rd, ਜਦੋਂ ਕੋਈ ਇੱਕ ਬਿਮਾਰੀ ਫੈਲਣ ਨਾਲ ਵੱਡੇ ਪੱਧਰ ਦੇ ਲੋਕਾਂ ਉੱਤੇ ਮਾਰੂ ਹਮਲਾ ਕਰ ਦੇਵੇ ਤਾਂ ਇਸ ਨੂੰ ਕੀ ਆਖਦੇ ਹਨ? ਤਾਂ ਆਨਸਰ ਕੀ ਆਏਗਾ ਮਹਾਮਾਰੀ ਯਾਨੀ ਕਿ ਆੜਾ ਆਨਸਰ। ਅਗਲਾ ਆ ਗਿਆ 44ਵਾਂ, ਲਾਵੇ ਦੀ ਧਰਤੀ ਉੱਪਰ ਬਾਹਰ ਆਉਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਨਸਰ ਕੀ ਆਏਗਾ ਆੜਾ ਯਾਨੀ ਕਿ ਜਵਾਲਾਮੁਖੀ। ਅਗਲਾ ਆ ਗਿਆ 45ਵਾਂ, ਚੱਕਰਵਾਤਾਂ ਨੂੰ ਭਾਰਤ ਵਿੱਚ ਕੀ ਕਿਹਾ ਜਾਂਦਾ ਹੈ? ਝੱਖੜ, ਤੂਫਾਨ, ਬਾਬਰੋਲਾ ਜਾਂ ਫਿਰ
ਉਪਰੋਕਤ ਸਾਰੀ ਦਾ ਆਂਸਰ ਕੀ ਆਏਗਾ? ਉਪਰੋਕਤ ਸਾਰੀ ਦਾ। ਅਗਲਾ ਆ ਗਿਆ 46ਵਾਂ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਸੀ? ਤੇ ਇਹਦਾ ਆਂਸਰ ਆਏਗਾ 18ਵੀਂ ਸਦੀ, ਜਾਣੀ ਕਿ ਆੜਾ ਆਂਸਰ। ਅਗਲਾ ਆ ਗਿਆ ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਤੇ ਇਹਦਾ ਆਂਸਰ ਆਏਗਾ 16ਵੀਂ ਸਦੀ। ਅਗਲਾ ਆ ਗਿਆ 48ਵਾਂ ਕੁਐਸਚਨ, 16ਵੀਂ ਸਦੀ ਦੌਰਾਨ ਕਿਹੜੇ ਮੁਗਲ ਬਾਦਸ਼ਾਹ ਨੇ ਭਾਰਤ ਤੇ ਰਾਜ ਕੀਤਾ? ਬਾਬਰ ਨੇ, ਹਮਾਯੂ ਨੇ, ਅਕਬਰ ਨੇ ਜਾਂ ਉਪਰੋਕਤ ਸਾਰੇ? ਦਾ ਆਂਸਰ ਕੀ ਆਏਗਾ? ਉਪਰੋਕਤ ਸਾਰੇ। ਤਾਂ ਅਗਲਾ ਆ ਗਿਆ 49ਵਾਂ ਕੁਐਸਚਨ, ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ 3000 ਸਾਲ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦਿੱਤੀ ਸੀ? ਆਂਸਰ ਕੀ ਆਏਗਾ? ਊੜਾ, ਅਕਬਰ, ਆੜਾ, ਫਰੁਖਸ਼ੀਅਰ ਜਾਂ ਫਿਰ ਈੜੀ, ਜਹਾਂਗੀਰ ਜਾਂ ਚੌਥਾ ਸ਼ਾਹਜਹਾਂ? ਤਾਂ ਆਂਸਰ ਕੀ ਆਏਗਾ? ਆੜਾ। ਅਗਲਾ ਆ ਗਿਆ 50 ਨੰਬਰ ਕੁਐਸਚਨ, ਡੱਚ ਲੋਕਾਂ ਨੇ ਭਾਰਤ ਵਿੱਚ ਹੇਠ ਲਿਖੀਆਂ ਬਸਤੀਆਂ ਵਿੱਚ ਕਿਹੜੀ ਬਸਤੀ ਸਥਾਪਿਤ ਨਹੀਂ ਕੀਤੀ ਸੀ? ਕੀ ਆਂਸਰ ਆਏਗਾ? ਸੱਸਾ, ਜਾਣੀ ਕਿ ਬੰਬਈ। ਅਗਲਾ ਆ ਗਿਆ ਲੈਫਟ ਦੀ ਨੀਤੀ ਕਿਸ ਅੰਗਰੇਜ਼ ਅਫਸਰ ਦੁਆਰਾ ਬਣਾਈ ਗਈ? ਲਾਰਡ ਡਲਹੌਜੀ, ਜਾਣੀ ਕਿ ਊੜਾ ਆਂਸਰ। ਅਗਲਾ ਆ ਗਿਆ 52 ਨੰਬਰ ਕੁਐਸਚਨ, ਕਰਨਾਟਕ ਦਾ ਪਹਿਲਾ ਯੁੱਧ ਕਦੋਂ ਹੋਇਆ? ਇਹਦਾ ਆਂਸਰ ਆਏਗਾ ਊੜਾ ਆਂਸਰ, 1746 ਤੋਂ 48 ਈਸਵੀ ਤੱਕ। ਤਾਂ ਅਗਲਾ ਆ ਗਿਆ 53 ਨੰਬਰ ਕੁਐਸਚਨ, ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕਰਨ ਲਈ ਕਿਸ ਨੇ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ ਸੀ? ਲਾਰਡ ਬੈਲਜਲੀ ਨੇ, ਯਾਦ ਰੱਖਿਓ। ਈਡੀ ਨੰਬਰ ਆਂਸਰ। ਤਾਂ ਅਗਲਾ ਆ ਗਿਆ 85 ਦੀ ਲੜਾਈ ਕਦੋਂ ਲੜੀ ਗਈ? ਤਾਂ ਆਂਸਰ ਕੀ ਆਏਗਾ? 1757 ਈਸਵੀ। ਅਗਲਾ ਆ ਗਿਆ 55 ਨੰਬਰ ਕੁਐਸਚਨ, ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ? ਈਸਟ ਇੰਡੀਆ ਐਕਟ 1784 ਈਸਵੀ ਵਿੱਚ, ਜਾਣੀ ਕਿ ਆੜਾ ਨੰਬਰ ਆਂਸਰ। ਇੰਗਲੈਂਡ ਵਿੱਚ ਨਵੀਂ ਨਿਯੁਕਤ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਕਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ? ਹੈਲੀਬਰੀ ਕਾਲਜ, ਜਾਣੀ ਕਿ ਈਡੀ ਆਂਸਰ। ਅਗਲਾ ਆ ਗਿਆ ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਵਿੱਚ ਸਫਲ ਹੋਇਆ ਸੀ? ਇਹਦਾ ਆਂਸਰ ਕੀ ਆਏਗਾ? ਆੜਾ ਨੰਬਰ, ਸਤਿੰਦਰਨਾਥ ਟੈਗੋਰ। ਇਹਨੂੰ ਧਿਆਨ ਨਾਲ ਯਾਦ ਕਰ ਲਿਓ, ਆੜਾ ਆਂਸਰ ਆਏਗਾ। ਅਗਲਾ ਅੱਗੇ ਆ ਗਿਆ 58 ਨੰਬਰ, ਮੈਟੁੰਗੂ ਚੈਮਸਫੋਰਡ ਰਿਪੋਰਟ ਵਿੱਚ ਇੰਡੀਅਨ ਸਿਵਲ ਸਰਵਿਸ ਵਿੱਚ ਕਿੰਨੇ ਪ੍ਰਤੀਸ਼ਤ ਭਾਰਤੀਆਂ ਨੂੰ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ? 33%। ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਕਦੋਂ ਪ੍ਰਦਾਨ ਕੀਤੀ? 1765 ਈਸਵੀ। ਅੱਗੇ ਆ ਗਿਆ 60 ਨੰਬਰ ਕੁਐਸਚਨ, ਲਾਰਡ ਕਾਰਨਵਾਲਿਸ ਨੇ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਸ਼ੁਰੂ ਕਦੋਂ ਕੀਤਾ ਸੀ? 1793 ਈਸਵੀ, ਊੜਾ ਨੰਬਰ ਆਂਸਰ। 61 ਨੰਬਰ ਕੁਐਸਚਨ, ਲਾਰਡ ਬਾਰਨ ਹੋਸਟਿੰਗ ਨੇ ਲਗਾਨ ਇਕੱਠਾ ਕਰਨ ਲਈ ਕਿੰਨੇ ਸਾਲਾਂ ਠੇਕਾ ਦਾ ਪ੍ਰਬੰਧ ਕੀਤਾ ਸੀ? 5 ਸਾਲ ਆਂਸਰ ਆਏਗਾ, ਆੜਾ ਨੰਬਰ ਕੁਐਸਚਨ। ਅੱਗੇ ਆ ਗਿਆ 62 ਨੰਬਰ ਕੁਐਸਚਨ, ਰਿਅਤਵਾੜੀ ਪ੍ਰਬੰਧ ਕਿਸ ਅੰਗਰੇਜ਼ ਅਫਸਰ ਵੱਲੋਂ ਕੀਤਾ ਗਿਆ ਸੀ? ਤੇ ਇਹਦਾ ਆਂਸਰ ਕੀ ਆਏਗਾ? ਥਾਮਸ ਮੁਨਰੋ, ਜਾਣੀ ਕਿ ਈਡੀ ਨੰਬਰ ਆਂਸਰ। ਅੱਗੇ ਆ ਗਿਆ 63 ਨੰਬਰ ਕੁਐਸਚਨ, ਰੱਤੀਵਾੜੀ ਪ੍ਰਬੰਧ ਨੂੰ ਮਦਰਾਸ ਅਤੇ ਮੁੰਬਈ ਵਿੱਚ ਕਿਸ ਅੰਗਰੇਜ਼ ਅਫਸਰ ਦੁਆਰਾ ਸ਼ੁਰੂ ਕੀਤਾ ਗਿਆ ਸੀ? ਤੇ ਇਹਦਾ ਆਂਸਰ ਆਏਗਾ ਥਾਮਸ ਮੁਨਰੋ, ਤਾਂ ਜਾਣੀ ਕਿ ਆੜਾ ਨੰਬਰ। ਅੱਗੇ ਆ ਗਿਆ 64 ਨੰਬਰ ਕੁਐਸਚਨ, ਉੜੀਸਾ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ? ਤੇ ਇਹਦਾ ਆਂਸਰ ਕੀ ਆਏਗਾ? ਈਡੀ ਨੰਬਰ। ਤਾਂ ਅੱਗੇ ਆ ਗਿਆ ਕਸੀਸ ਕਬੀਲੇ ਦਾ ਮੋਢੀ ਕੌਣ ਸੀ? ਇਹਦਾ ਵੀ ਆਂਸਰ ਕੀ ਆਏਗਾ? ਈਡੀ ਨੰਬਰ, ਤਿਰੁਤ ਸਿੰਘ। ਅੱਗੇ ਆ ਗਿਆ ਸਿੱਧੂ ਅਤੇ ਕਨਗੂ ਭਰਾਵਾਂ ਨੇ ਵਿਦਰੋਹ ਵਿੱਚ ਕਿਸ ਕਬੀਲੇ ਦੀ ਅਗਵਾਈ ਕੀਤੀ ਸੀ? ਸੰਥਾਲ, ਜਾਣੀ ਕਿ ਊੜਾ ਨੰਬਰ ਕੁਐਸਚਨ। ਅੱਗੇ ਆ ਗਿਆ 67 ਨੰਬਰ ਕੁਐਸਚਨ, ਛੋਟਾ ਨਾਗਪੁਰ ਇਲਾਕੇ ਵਿੱਚ ਵਿਦਰੋਹ ਕਿਸ ਦੀ ਅਗਵਾਈ ਵਿੱਚ ਹੋਇਆ ਸੀ? ਤੇ ਇਹਦਾ ਆਂਸਰ ਆਏਗਾ ਵਿਰਸਾ ਮੁੰਡਾ, ਜਾਣੀ ਕਿ ਆੜਾ ਨੰਬਰ ਕੁਐਸਚਨ। ਅੱਗੇ ਆ ਗਿਆ ਛੋਟਾ ਨਾਗਪੁਰ ਐਕਟ ਕਿਹੜੇ ਸਾਲ ਵਿੱਚ ਪਾਸ ਹੋਇਆ ਸੀ? 1908 ਈਸਵੀ ਦੇ ਵਿੱਚ। ਅੱਗੇ ਆ ਗਿਆ ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਿੱਥੇ ਖੋਲਿਆ ਗਿਆ? ਤੇ ਇਹਦਾ ਆਂਸਰ ਆਏਗਾ ਊੜਾ, ਸੈਮਰਪੁਰ, ਬੰਗਾਲ। ਅੱਗੇ ਆ ਗਿਆ 69 ਨੰਬਰ ਕੁਐਸਚਨ, ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਦੋਂ ਅਤੇ ਕਿੱਥੇ ਖੋਲਿਆ ਗਿਆ ਸੀ? ਤੇ ਇਹਦਾ ਆਂਸਰ ਆ ਗਿਆ ਮੁੰਬਈ, 1853 ਈਸਵੀ ਦੇ ਵਿੱਚ, ਜਾਣੀ ਕਿ ਈਡੀ ਨੰਬਰ ਆਂਸਰ। ਅੱਗੇ ਆ ਗਿਆ 70 ਨੰਬਰ ਕੁਐਸਚਨ, ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਪਹਿਲਾ ਚਾਹ ਦਾ ਬਾਗ ਕਿੱਥੇ ਲਗਾਇਆ ਗਿਆ? ਅਸਾਮ ਦੇ ਵਿੱਚ। 71 ਨੰਬਰ ਕੁਐਸਚਨ, ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜਾ ਐਕਟ ਪਾਸ ਕੀਤਾ? ਫੈਕਟਰੀ ਐਕਟ। ਉਦਯੋਗਿਕ ਕ੍ਰਾਂਤੀ ਦੇ ਸਮੇਂ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਕੱਚਾ ਮਾਲ ਕਿਸ ਦੇਸ਼ ਤੋਂ ਮਿਲਦਾ ਸੀ? ਭਾਰਤ। ਅੱਗੇ ਆ ਗਿਆ ਕਿਸ ਅੰਗਰੇਜ਼ ਅਫਸਰ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ? ਲਾਰਡ ਡਲਹੌਜੀ। ਅੱਗੇ ਆ ਗਿਆ 74 ਨੰਬਰ ਕੁਐਸਚਨ, ਕਿਸ ਅੰਗਰੇਜ਼ ਅਫਸਰ ਨੇ ਕਰ ਮੁਕਤ ਜ਼ਮੀਨਾਂ ਉੱਪਰ ਮੁੜ ਕਰ ਲਗਾ ਦਿੱਤਾ ਸੀ? ਲਾਰਡ ਵਿਲੀਅਮ ਵੈਂਟਿਕ। ਅੱਗੇ ਆ ਗਿਆ 75 ਨੰਬਰ ਕੁਐਸਚਨ, ਕਿਸ ਰਿਆਸਤ ਨੂੰ ਭੈੜੇ ਸ਼ਾਸਨ ਦੇ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ? ਅਵਧ। ਅੱਗੇ ਆ ਗਿਆ 1857 ਈਸਵੀ ਦੀ ਕ੍ਰਾਂਤੀ ਤਤਕਾਲੀਨ ਕਾਰਨ ਕੀ ਸੀ? ਇਹਦਾ ਆਂਸਰ ਆਏਗਾ ਚਰਬੀ ਵਾਲੇ ਕਾਰਤੂਸ, ਜਾਣੀ ਕਿ ਊੜਾ ਨੰਬਰ। ਅੱਗੇ ਆ ਗਿਆ 77 ਨੰਬਰ ਕੁਐਸਚਨ, ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ? ਊੜਾ ਨੰਬਰ, ਲਾਰਡ ਵਿਲੀਅਮ ਬੈਂਟਿਕ। ਅੱਗੇ ਆ ਗਿਆ 1857 ਈਸਵੀ ਦਾ ਵਿਦਰੋਹ ਕਿੱਥੇ ਸ਼ੁਰੂ ਹੋਇਆ? ਬੈਰਕਪੁਰ, ਜਾਣੀ ਕਿ ਊੜਾ ਨੰਬਰ। 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? ਮੰਗਲ ਪਾਂਡੇ। ਅੱਗੇ ਆ ਗਿਆ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲਿਆ ਕਿੱਥੇ ਸਥਿਤ ਹੈ? ਇਹਦਾ ਆਂਸਰ ਆਏਗਾ ਉੱਤਰ ਪ੍ਰਦੇਸ਼, ਜਾਣੀ ਕਿ ਈਡੀ। ਅੱਗੇ ਆ ਗਿਆ 81 ਨੰਬਰ, ਕਿਸ ਐਕਟ ਦੁਆਰਾ ਅੰਗਰੇਜ਼ੀ ਸਰਕਾਰ ਨੇ ਹਰ ਸਾਲ ਸਿੱਖਿਆ ਉੱਪਰ 1 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਚਲਾਈ? ਚਾਰਟਰ ਐਕਟ 1813। ਸਿੱਖਿਆ ਦੇ ਵਿਕਾਸ ਲਈ ਅੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? 1882 ਈਸਵੀ। ਭਾਰਤੀ ਯੂਨੀਵਰਸਿਟੀ ਐਕਟ 1904 ਈਸਵੀ ਵਿੱਚ ਕਿਸ ਦੁਆਰਾ ਪਾਸ ਕੀਤਾ ਗਿਆ ਸੀ? ਲਾਰਡ ਕਰਜ਼ਨ। ਅੱਗੇ ਆ ਗਿਆ 84 ਨੰਬਰ, ਕਿਸ ਸਕੀਮ ਤਹਿਤ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਤੋਂ ਪਹਿਲਾਂ ਨਰਸਰੀ ਸਿੱਖਿਆ ਦੇਣ ਦੀ ਗੱਲ ਕੀਤੀ ਗਈ? ਇਹਦਾ ਆਂਸਰ ਆਏਗਾ ਆੜਾ ਨੰਬਰ। ਅੱਗੇ ਆ ਗਿਆ 85 ਨੰਬਰ ਕੁਐਸਚਨ, ਤਾਂ ਕਿਸ ਭਾਰਤੀ ਸਮਾਜ ਸੁਧਾਰਕ ਨੇ ਯਤਨਾਂ ਸਦਕਾ ਸਤੀ ਪ੍ਰਥਾ ਦੀ ਪਾਬੰਦੀ ਲਗਾ ਦਿੱਤੀ ਗਈ? ਰਾਜਾ ਰਾਮ ਮੋਹਨ ਰਾਏ। 1862 ਈਸਵੀ ਵਿੱਚ ਸਾਇੰਟਿਫਿਕ ਸੁਸਾਇਟੀ ਦੀ ਸਥਾਪਨਾ ਕਿੱਥੇ ਕੀਤੀ ਗਈ? ਤੇ ਇਹਦਾ ਆਂਸਰ ਆਏਗਾ ਊੜਾ ਨੰਬਰ ਸਰ ਸੈਯਦ ਅਹਿਮਦ ਖਾਨ। 87 ਨੰਬਰ ਕੁਐਸਚਨ, ਸ਼੍ਰੀ ਸਤਗੁਰੂ ਰਾਮ ਸਿੰਘ ਦੁਆਰਾ ਪੰਜਾਬ ਵਿੱਚ ਸਮਾਜ ਸੁਧਾਰ ਲਈ ਕਿਹੜੀ ਲਹਿਰ ਚਲਾਈ ਗਈ ਸੀ? ਨਾਮਧਾਰੀ ਲਹਿਰ, ਜਾਣੀ ਕਿ ਆੜਾ ਨੰਬਰ। ਅੱਗੇ ਆ ਗਿਆ 88 ਨੰਬਰ ਕੁਐਸਚਨ, ਮਹਾਦੇਵ ਗੋਵਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਨੇ ਮਹਾਰਾਸ਼ਟਰ ਵਿੱਚ ਕਿਸ ਸੰਸਥਾ ਦੀ ਸਥਾਪਨਾ ਕੀਤੀ? ਤਾਂ ਪ੍ਰਾਰਥਨਾ ਸਮਾਜ। ਅੱਗੇ ਆ ਗਿਆ 89, ਅੰਗਰੇਜ਼ੀ ਸਰਕਾਰ ਦੀ ਅੰਤਰਜਾਤੀ ਵਿਵਾਹ ਜਾਣੀ ਕਿ ਵਿਆਹ ਕਾਨੂੰਨ ਨੂੰ ਕਦੋਂ ਮਾਨਤਾ ਦਿੱਤੀ ਗਈ? 1872 ਈਸਵੀ ਵਿੱਚ। ਤਾਂ ਅੱਗੇ ਆ ਗਿਆ 90 ਨੰਬਰ ਕੁਐਸਚਨ, 1873 ਈਸਵੀ ਵਿੱਚ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ ਸੀ? ਜੋਤੀ ਸ਼ਾਹ ਫੁੱਲੋ, ਜਾਣੀ ਕਿ ਸੱਸਾ ਨੰਬਰ। ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦਾ ਪੈਗੰਬਰ ਕੌਣ ਕਿਸਨੂੰ ਕਿਹਾ ਗਿਆ ਸੀਗਾ? ਤੇ ਇਹਦਾ ਆਂਸਰ ਆਏਗਾ ਜੀ ਵੀਰ
ਸਲਿੰਗਮ। ਤਾਂ ਅੱਗੇ ਆ ਗਿਆ 92 ਨੰਬਰ ਕੁਐਸਚਨ। ਦੂਜੀ ਗੋਲਮੈਜ਼ ਕਾਨਫਰੰਸ ਵਿੱਚ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ ਸੀ? ਮਹਾਤਮਾ ਗਾਂਧੀ। 93 ਨੰਬਰ ਕੁਐਸਚਨ। ਪਲਾਸੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਕਿਸ ਰਾਜਧਾਨੀ ਦੀ ਮਹੱਤਤਾ ਵੱਧ ਗਈ ਸੀ? ਕਲਕੱਤਾ। ਈਸਟ ਇੰਡੀਆ ਕੰਪਨੀ ਦੇ ਮਦਰਾਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਕਿਸ ਦੁਆਰਾ ਕੀਤੀ ਗਈ ਸੀ? ਫਰਾਰਿਸ ਡੇ। ਕਿਹੜਾ ਨਗਰ ਪੁਰਤਗਾਲੀਆਂ ਦੇ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦੇ ਦਿੱਤਾ ਗਿਆ ਸੀ? ਮੁੰਬਈ। 1911 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? ਦਿੱਲੀ। ਗੋਦਾਨ ਅਤੇ ਰੰਗਭੂਮੀ ਨਾਂ ਦੀਆਂ ਪ੍ਰਸਿੱਧ ਰਚਨਾਵਾਂ ਕਿਸ ਦੀਆਂ ਸਨ? ਮੁਨਸ਼ੀ ਪ੍ਰੇਮਚੰਦ, ਜਾਣੀ ਕਿ ਆੜਾ ਨੰਬਰ। 98 ਨੰਬਰ ਕੁਐਸਚਨ। ਭਾਰਤ ਦਾ ਰਾਸ਼ਟਰੀ ਗੀਤ ਬੈਂਕਿਮ ਚੰਦਰ ਚੈਟਰਜੀ ਕਿਸ ਨਾਵਲ ਦਾ ਹਿੱਸਾ ਹੈ? ਆਨੰਦ ਮਠ, ਜਾਣੀ ਕਿ ਊੜਾ ਨੰਬਰ। ਬਾਲ ਗੰਗਾਧਰ ਤਿਲਕ ਦੁਆਰਾ ਕਿਹੜਾ ਪ੍ਰਸਿੱਧ ਸਮਾਚਾਰ ਪੱਤਰ ਛਾਪਿਆ ਗਿਆ? ਕੇਸਰੀ, ਜਾਣੀ ਕਿ ਈੜੀ ਨੰਬਰ। ਅੱਗੇ ਆ ਗਿਆ 100 ਨੰਬਰ ਕੁਐਸਚਨ। ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਰਲ ਨੇ ਕੀਤੀ ਸੀ? ਤੇ ਇਹਦਾ ਆਨਸਰ ਆਏਗਾ 1905 ਈਸਵੀ ਵਿੱਚ ਲਾਰਡ ਕਰਜ਼ਨ ਨੇ। ਤੇ ਹੇਠ ਲਿਖਿਆਂ ਵਿੱਚ ਕਿਹੜੇ ਉੱਤਰਵਾਦੀ ਨੇਤਾ ਸਨ? ਤੇ ਇਹ ਆਏਗਾ ਦਾਦਾ ਭਾਈ ਨਰੋਜੀ, ਸੁਰਿੰਦਰਨਾਥ ਬੈਨਰਜੀ, ਉਪਰੋਕਤ ਦੋਵੇਂ, ਜਾਂ ਇਹਨਾਂ ਵਿੱਚ ਕੋਈ ਨਹੀਂ। ਤੇ ਇਹਦਾ ਆਨਸਰ ਆਏਗਾ ਈਡੀ, ਜਾਣੀ ਕਿ ਦੋਨੋਂ ਹੀ ਸੀਗੇ, ਉਪਰੋਕਤ ਦੋਵੇਂ। ਤਾਂ ਅੱਗੇ ਆ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਤੇ ਇਹਦਾ ਆਨਸਰ ਆਏਗਾ 29 ਤੋਂ 30 ਦਸੰਬਰ 1885 ਦੇ ਵਿੱਚ। ਅੱਗੇ ਆ ਗਿਆ 103 ਨੰਬਰ ਕੁਐਸਚਨ। ਅਸੀਂ ਅੰਗਰੇਜ਼ਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ ਹਾਂ, ਅਸੀਂ ਭਾਰਤ ਵਿੱਚ ਆਪਣੀ ਸਰਕਾਰ ਚਾਹੁੰਦੇ ਹਾਂ, ਇਹ ਸ਼ਬਦ ਕਿਸ ਦੁਆਰਾ ਕਹੇ ਗਏ ਸਨ? ਤੇ ਇਹਦਾ ਆਨਸਰ ਆਏਗਾ ਵਿਪਨ ਚੰਦਰਪਾਲ, ਜਾਣੀ ਕਿ ਈਡੀ ਨੰਬਰ। ਅੱਗੇ ਆ ਗਿਆ 104 ਨੰਬਰ ਕੁਐਸਚਨ। ਗਦਰ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1913 ਈਸਵੀ ਦੇ ਵਿੱਚ। ਅੱਗੇ ਆ ਗਿਆ 105 ਨੰਬਰ ਕੁਐਸਚਨ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ਸੀ? ਤੇ ਇਹਦਾ ਆਨਸਰ ਆਏਗਾ 28 ਦਸੰਬਰ 1885 ਈਸਵੀ ਨੂੰ ਮੁੰਬਈ ਵਿੱਚ। ਤਾਂ ਅੱਗੇ ਆ ਗਿਆ 106 ਨੰਬਰ ਕੁਐਸਚਨ। ਦਿੱਲੀ ਚਲੋ ਦਾ ਨਾਰਾ ਕਿਸ ਵੱਲੋਂ ਦਿੱਤਾ ਗਿਆ ਸੀ? ਸੁਭਾਸ਼ ਚੰਦਰ ਬੋਸ। ਨਾ ਅਪੀਲ, ਨਾ ਵਕੀਲ, ਨਾ ਦਲੀਲ, ਇਹ ਸ਼ਬਦ ਕਿਸ ਨੂੰ ਕਹੇ ਸਨ? ਤਾਂ ਪੰਡਿਤ ਮੋਤੀ ਲਾਲ ਨਹਿਰੂ ਨੇ ਕਹੀ ਸੀ। ਖਿਲਾਫਤ ਅੰਦੋਲਨ ਦੀ ਅਗਵਾਈ ਕਿਹਨਾਂ ਦੁਆਰਾ ਕੀਤੀ ਗਈ? ਸ਼ੌਕਤ ਅਲੀ, ਮੁਹੰਮਦ ਅਲੀ, ਅਬੁਲ ਕਲਾਮ ਆਜ਼ਾਦ ਜਾਂ ਉਪਰੋਕਤ ਸਾਰੇ? ਤਾਂ ਆਨਸਰ ਕੀ ਆਏਗਾ? ਉਪਰੋਕਤ ਸਾਰੇ। ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਦੋਂ ਕੀਤਾ ਸੀ? ਤੇ ਆਨਸਰ ਆਏਗਾ 1920 ਈਸਵੀ। ਅੱਗੇ ਆ ਗਿਆ 110 ਨੰਬਰ ਕੁਐਸਚਨ। ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਕਿੱਥੇ ਮੁਲਤਵੀ ਕੀਤਾ? ਤੇ ਆਨਸਰ ਆਏਗਾ ਚੌਰੀ ਚੌਰਾ। ਅੱਗੇ ਆ ਗਿਆ 111, ਜਾਣੀ ਕਿ 111 ਨੰਬਰ। ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਸੀ? 1942 ਈਸਵੀ ਦੇ ਵਿੱਚ। ਅੱਗੇ ਆ ਗਿਆ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀਗਾ? ਤੈਨੂੰ ਯਾਦ ਰੱਖੋ, ਇੰਪੋਰਟੈਂਟ ਕੁਐਸਚਨ ਹੈ। 26 ਜਨਵਰੀ 1950 ਦੇ ਵਿੱਚ। 113 ਨੰਬਰ। ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਇਹ ਪ੍ਰਧਾਨ ਕੌਣ ਸਨ? ਇਹਦਾ ਆਨਸਰ ਆਏਗਾ ਡਾਕਟਰ BR ਅੰਬੇਦਕਰ। ਤਾਂ ਅਗਲਾ ਕੁਐਸਚਨ ਆ ਗਿਆ ਹੇਠ ਲਿਖਿਆਂ ਵਿੱਚ ਭਾਰਤ ਚ ਕੌਣ ਸਰਵਉੱਚ ਹੈ? ਪ੍ਰਧਾਨ ਮੰਤਰੀ, ਰਾਸ਼ਟਰਪਤੀ, ਨਿਆਂਪਾਲਿਕਾ ਜਾਂ ਮੁੱਖ ਮੰਤਰੀ? ਤਾਂ ਆਨਸਰ ਕੀ ਆਏਗਾ? ਨਿਆਂਪਾਲਿਕਾ। ਤਾਂ ਅੱਗੇ ਆ ਗਿਆ ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ? ਤੇ ਇਹਦਾ ਆਨਸਰ ਆਏਗਾ 7। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ? ਤੇ ਇਹਦਾ ਆਨਸਰ ਆਏਗਾ ਤੀਸਰਾ ਭਾਗ। ਅਗਲਾ ਆ ਗਿਆ 117 ਨੰਬਰ। ਆਦਰਸ਼ਾਂ ਦੀ ਲਈ ਕਾਨੂੰਨ ਕਿੱਥੇ ਦਰਜ ਹਨ? ਤੇ ਇਹਦਾ ਆਨਸਰ ਆਏਗਾ ਭਾਰਤੀ ਸੰਵਿਧਾਨ 'ਚ। ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਭਾਰਤੀ ਨਾਗਰਿਕਾਂ ਨੂੰ 6 ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ? ਅਨੁਛੇਦ 19। ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ? 8ਵੀਂ। ਅੱਗੇ ਆ ਗਿਆ 120 ਨੰਬਰ ਕੁਐਸਚਨ। ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ ਹੈ? ਤੇ ਇਹਦਾ ਆਨਸਰ ਆਏਗਾ ਸ਼ੋਸ਼ਣ ਵਿਰੁੱਧ ਅਧਿਕਾਰ, ਜਾਣੀ ਕਿ ਏੜੀ ਨੰਬਰ। ਅੱਗੇ ਆ ਗਿਆ 121। ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ? ਤੇ ਇਹਦਾ ਆਨਸਰ ਹੈਗਾ 1 ਅਪ੍ਰੈਲ 2010। ਤਾਂ ਸਿੱਖਿਆ ਦਾ ਅਧਿਕਾਰ ਸੰਵਿਧਾਨ 'ਚ ਕਿਸ ਧਾਰਾ ਅਧੀਨ ਦਰਜ ਹੈ? ਧਾਰਾ 21A। ਤਾਂ ਅੱਗੇ ਆਏਗਾ ਰਾਸ਼ਟਰਪਤੀ ਰਾਜ ਸਭਾ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ? 12। ਪਰ ਪੰਜਾਬ ਵਿੱਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ? ਤੇ ਇਹਦਾ ਆਨਸਰ ਆਏਗਾ 7। ਸੰਸਦ ਦੇ ਦੋਨਾਂ ਸਦਨਾਂ 'ਚ ਹੋਏ ਮਤਭੇਦ ਕੌਣ ਦੂਰ ਕਰ ਸਕਦਾ ਹੈ? ਇਹਦਾ ਆਨਸਰ ਆਏਗਾ ਰਾਸ਼ਟਰਪਤੀ। ਅਗਲਾ ਆ ਗਿਆ 126 ਨੰਬਰ ਕੁਐਸਚਨ। ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ? ਤਾਂ ਧਾਰਾ 136। ਅੱਗੇ ਆ ਗਿਆ ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਜਾਂਦਾ ਹੈ? ਰਾਜ ਪੱਧਰ। ਅੱਗੇ ਆ ਗਿਆ ਜਨਹਿਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ? ਤੇ ਇਹਦਾ ਆਨਸਰ ਆਏਗਾ ਜਨਤਕ ਹਿੱਤਾਂ ਦੀ ਰਾਖੀ ਲਈ, ਜਾਣੀ ਕਿ ਈਡੀ ਨੰਬਰ। ਅੱਗੇ ਆ ਗਿਆ 129 ਨੰਬਰ ਕੁਐਸਚਨ। ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ, ਤੇ ਇਹ ਸ਼ਬਦ ਕਿਸਨੇ ਕਹੇ? ਤੇ ਇਹਦਾ ਆਨਸਰ ਆਏਗਾ ਸ਼੍ਰੀ ਜੈ ਪ੍ਰਕਾਸ਼ ਨਾਰਾਇਣ। ਤਾਂ ਅੱਗੇ ਆ ਗਿਆ 130 ਨੰਬਰ ਕੁਐਸਚਨ। ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ 'ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ? ਸਮਾਨਤਾ ਦਾ ਅਧਿਕਾਰ, ਈਡੀ ਨੰਬਰ। ਅਗਲਾ ਆ ਗਿਆ 131। ਪੜ੍ਹੋ ਸਾਰੇ ਵਧੋ ਸਾਰੇ ਕਿਸ ਦੇ ਮੋਟੋ ਲੋਗੋ ਹੈ? ਤੇ ਇਹਦਾ ਆਨਸਰ ਆਏਗਾ ਸਰਵ ਸਿੱਖਿਆ ਅਭਿਆਨ, ਜਾਣੀ ਕਿ ਆੜਾ ਨੰਬਰ। ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਕਿੰਨਾ ਲਈ ਲਾਗੂ ਹੈ? ਤੇ ਇਹਦਾ ਆਨਸਰ ਆਏਗਾ ਅਨੁਸੂਚਿਤ ਜਾਤੀਆਂ, ਜਨਜਾਤੀਆਂ ਤੇ ਪਛੜੀ ਸ਼੍ਰੇਣੀਆਂ ਲਈ। ATM ਦਾ ਪੂਰਾ ਨਾਮ ਕੀ ਹੈ? ਤੇ ATM ਦਾ ਪੂਰਾ ਨਾਮ ਹੈ ਆਟੋਮੈਟਿਡ ਟੈਲਰ ਮਸ਼ੀਨ, ਜਾਣੀ ਕਿ ਇਹਦਾ ਆਨਸਰ ਆਏਗਾ ਊੜਾ ਨੰਬਰ। ਅੱਗੇ ਆ ਗਿਆ ATM ਕਾਰਡ ਹੋਣ ਦੇ ਕੀ ਫਾਇਦੇ ਹਨ? ਸਮਾਂ ਬਚਦਾ ਹੈ ਤੇ ਕਾਗਜ਼ੀ ਕਾਰਵਾਈ ਵੀ ਘਟਦੀ ਹੈ। ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਦੇ ਹਨ। ਖਾਤੇ ਵਿੱਚ ਬਚੇ ਪੈਸੇ ਆਦਿ ਪਤਾ ਕਰਨਾ ਸੌਖਾ ਹੁੰਦਾ ਹੈ, ਜਾਂ ਉਪਰੋਕਤ ਸਾਰੇ ਹੀ? ਤਾਂ ਸਾਰੇ ਹੀ ਪੁਆਇੰਟ ਸਹੀ ਨੇ। ਤੇ ਇਹਦਾ ਆਨਸਰ ਆਏਗਾ ਸੱਸਾ ਨੰਬਰ, ਜਾਣੀ ਕਿ ਉਪਰੋਕਤ ਸਾਰੇ। ਤਾਂ ਅਗਲਾ ਕੁਐਸਚਨ ਆ ਗਿਆ 135 ਨੰਬਰ। ਇੱਕ ATM ਕਾਰਡ ਨਾਲ ਕੀ ਹੋ ਸਕਦਾ ਹੈ? ਤੇ ਇਹਦਾ ਆਨਸਰ ਹੈ ਉਪਰੋਕਤ ਸਾਰੇ, ਕਿਉਂਕਿ ਨਕਦ ਪੈਸੇ ਕਢਵਾਉਣਾ, ਖਾਤਿਆਂ ਦਾ ਬੈਂਕ ਚੈੱਕ ਬਕਾਇਆ ਚੈੱਕ ਕਰਨਾ, ਇਹ ਵੀ ਸਹੀ ਹੈ। ਬਿੱਲ ਦਾ ਭੁਗਤਾਨ ਕਰਨਾ, ਇਹ ਵੀ ਸਹੀ ਹੈ। ਫੰਡਾਂ ਦਾ ਤਬਾਦਲਾ, ਇਹ ਵੀ ਬਿਲਕੁਲ ਠੀਕ ਹੈ। ਇਸ ਕਰਕੇ ਇਹਦਾ ਆਨਸਰ ਕੀ ਬਣੇਗਾ? ਉਪਰੋਕਤ ਸਾਰੇ। ਤਾਂ ਆਪਾਂ ਇਹ ਜਿਹੜੇ MCQs ਖਤਮ ਕਰ ਲਈ। ਨੈਕਸਟ ਆਪਾਂ ਕਰਾਂਗੇ ਫਿਲਿਪਸ, ਜਾਨੀ ਖਾਲੀ ਥਾਵਾਂ ਭਰੋ। ਆਪਣੇ ਕੋਲ ਕਾਫੀ ਸਾਰੀਆਂ ਨੇ, ਜਾਨੀ ਕਿ 46 ਫਿਲਿਪਸ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ, ਜਿਹੜੀ ਕਿ ਸਾਰੇ ਚੈਪਟਰਸ ਨੂੰ ਕਵਰ ਕਰਦੀਆਂ ਨੇ। ਇਹਨੂੰ ਤੁਸੀਂ ਖੁਦ ਤੋਂ ਲਰਨ ਕਰੋਗੇ। ਐਂਡ ਨੈਕਸਟ ਆ ਗਿਆ ਆਪਣੇ ਕੋਲ ਸਹੀ ਗਲਤ ਤੁਹਾਨੂੰ ਜਿਹੜੇ ਉਹ ਦਿੱਤੇ ਗਏ ਨੇਗੇ 1 ਤੋਂ ਲੈ ਕੇ 39 ਤੱਕ, ਜਾਨੀ ਕਿ 39 ਸਹੀ ਗਲਤ ਹੈ ਜਿਹੜੇ ਜ਼ਿਆਦਾ ਇੰਪੋਰਟੈਂਟ ਨੇ ਸਾਰੇ ਚੈਪਟਰਸ ਦੇ। ਨੈਕਸਟ ਆ ਗਿਆ 1 ਨੰਬਰ ਵਾਲੇ ਕੁਐਸਚਨ। ਸਾਧਨਾ ਤੋਂ ਤੁਹਾਡਾ ਕੀ ਭਾਵ ਹੈ? ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖਾਂ ਦੀ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਕਹਾਉਂਦੇ ਹਨ। ਕੁਦਰਤੀ ਸਾਧਨ ਕਿਹੜੇ ਹਨ? ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ, ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ। ਅੱਗੇ ਆ ਗਿਆ 3ਰਾ ਨੰਬਰ ਕੁਐਸਚਨ। ਸਾਧਨਾ ਦੀ ਕਿਸਮਾਂ ਦੀ ਸੂਚੀ ਬਣਾਓ।
ਤੇ ਇਹਦੇ ਵਿੱਚ ਵੀ ਆਪਾਂ ਲਿਖਾਂਗੇ ਕਿਸਮਾਂ। ਇੱਕ ਨੰਬਰ ਤੇ ਆਏਗਾ ਜੀਵ ਅਤੇ ਨਿਰਜੀਵ, ਦੂਸਰਾ ਆਏਗਾ ਵਿਕਸਤ ਅਤੇ ਸੰਭਾਵਿਤ ਸਾਧਨ, ਤੀਸਰਾ ਆਏਗਾ ਮੁੱਖਣਯੋਗ ਜਾਂ ਨਾ ਮੁੱਖਣ ਯੋਗ ਸਾਧਨ, ਚੌਥਾ ਆਏਗਾ ਮਿੱਟੀ ਅਤੇ ਭੂਮੀ ਸਾਧਨ, ਪੰਜਵਾਂ ਆਏਗਾ ਸਮੁੰਦਰੀ ਅਤੇ ਖਣਿਜ ਪਦਾਰਥ ਸਾਧਨ, ਤੇ ਛੇਵਾਂ ਆਏਗਾ ਮਨੁੱਖੀ ਸਾਧਨ। ਅੱਗੇ ਆ ਗਿਆ ਚੌਥਾ ਨੰਬਰ ਕੁਐਸਚਨ, ਮਿੱਟੀ ਦੀ ਪਰਿਭਾਸ਼ਾ ਦੱਸੋ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚਟਾਨਾਂ ਤੋਂ ਟੁੱਟਣ, ਭੱਜਣ, ਜੀਵਾਂ ਤੇ ਰੁੱਖ ਬੂਟਿਆਂ ਦੀ ਗਲਣ ਸੜਨ ਨਾਲ ਬਣਦੀ ਹੈ। ਅੱਗੇ ਆ ਗਿਆ ਕੁਐਸਚਨ ਨੰਬਰ 5, ਸਮੁੰਦਰਾਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ। ਸਮੁੰਦਰਾਂ ਤੋਂ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਛਿੱਪੀਆਂ, ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ ਤੇ ਸਮੁੰਦਰੀ ਤੱਤਾਂ ਤੋਂ ਪੈਟਰੋਲੀਅਮ ਪਦਾਰਥ ਵੀ ਹੁੰਦੇ ਹਨ। ਅੱਗੇ ਆ ਗਿਆ ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ। ਤੇ ਇਹ ਵੀ ਬਹੁਤ ਇੰਪੋਰਟੈਂਟ ਹੈ। ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹੁੰਦੇ ਹਨ ਜਿਹੜੇ ਇੱਕ ਜਾਂ ਜ਼ਿਆਦਾ ਤੱਤਾਂ ਤੋਂ ਬਣੇ ਹੁੰਦੇ ਹਨ ਤੇ ਧਰਤੀ ਵਿੱਚੋਂ ਨਿਕਲਦੇ ਹਨ। ਅੱਗੇ ਆ ਗਿਆ ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ। ਕੱਚਾ ਲੋਹਾ ਵਾਲੇ ਕਿਹੜੇ ਪ੍ਰਾਂਤ ਨੇ, ਉਹ ਹੈਗਾ ਕੱਚਾ ਲੋਹਾ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਤਾਮਿਲਨਾਡੂ। ਇਹਨਾਂ ਨੂੰ ਯਾਦ ਰੱਖੋਗੇ। ਅੱਗੇ ਆ ਗਿਆ 8 ਨੰਬਰ ਕੁਐਸਚਨ, ਤਾਂਬੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ। ਤਾਂਬੇ ਦੀ ਵਰਤੋਂ ਭਾਂਡੇ, ਸਿੱਕੇ, ਬਿਜਲੀ ਦੀਆਂ ਤਾਰਾਂ ਤੇ ਹੋਰ ਬਿਜਲੀ ਉਪਕਰਨ ਬਣਾਉਣ ਲਈ ਕੀਤੀ ਜਾਂਦੀ ਹੈ। ਅੱਗੇ ਆ ਗਿਆ ਭਾਰਤ ਵਿੱਚ ਸੋਨੇ ਦੀ ਪ੍ਰਸਿੱਧ ਖਾਨਾਂ ਦੇ ਨਾਮ ਲਿਖੋ। ਅੱਗੇ ਆ ਗਿਆ ਇਹਦਾ ਆਂਸਰ ਹੈਗਾ ਕੋਲਾਰ, ਕਰਨਾਟਕ, ਰਾਮਗਿਰੀ, ਆਂਧਰਾ ਪ੍ਰਦੇਸ਼। ਠੀਕ ਹੈ। ਅੱਗੇ ਆ ਗਿਆ 10 ਨੰਬਰ ਕੁਐਸਚਨ, ਕੋਲੇ ਦੀਆਂ 4 ਕਿਸਮਾਂ ਦੇ ਨਾਮ ਲਿਖੋ। ਆਇਆ ਹੈਗਾ ਐਬਰੇਸਾਈਟ, ਬਿਟੂਮਿਨਸ, ਲਿਗਨਾਈਟ ਤੇ ਪੀਟ। ਠੀਕ ਹੈ। ਅੱਗੇ ਆ ਗਿਆ 11th, ਬਹੁ ਉਦੇਸ਼ੀ ਪ੍ਰੋਜੈਕਟ ਕੀ ਹੁੰਦੇ ਹਨ। ਡੈਮ ਜਾਂ ਪ੍ਰੋਜੈਕਟ ਤੋਂ ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ ਉਹਨੂੰ ਕੀ ਕਿਹਾ ਜਾਂਦਾ ਹੈ, ਬਹੁ ਉਦੇਸ਼ੀ ਪ੍ਰੋਜੈਕਟ ਕਿਹਾ ਜਾਂਦਾ ਹੈ। ਅੱਗੇ ਆ ਗਿਆ 12th ਨੰਬਰ ਕੁਐਸਚਨ, ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮਕਾਰ ਸੰਬੰਧੀ ਖੋਲੇ ਗਏ ਖਾਤੇ ਨੂੰ ਕੀ ਆਖਦੇ ਹਨ, ਚਲੰਤ ਖਾਤਾ। ਅੱਗੇ ਆ ਗਿਆ ਬੈਂਕਾਂ ਵਿੱਚ ਸਭ ਤੋਂ ਵੱਧ ਲੋਕਪ੍ਰਿਯ ਖਾਤੇ ਕਿਹੜੀ ਕਿਸਮ ਦੇ ਖੋਲੇ ਜਾਂਦੇ ਹਨ, ਬੱਚਤ ਖਾਤਾ। 14ਵਾਂ ਨੰਬਰ ਕੁਐਸਚਨ ਹੈਗਾ, ਚਲੰਤ ਖਾਤੇ ਨਾਲੋਂ ਬੱਚਤ ਖਾਤਾ ਕਿਹੜੇ ਪੱਖੋਂ ਵੱਧ ਲਾਹੇਵੰਦ ਹੁੰਦਾ ਹੈ। ਚਲੰਤ ਖਾਤੇ ਵਿੱਚ ਜਮ੍ਹਾਂ ਰਾਸ਼ੀ ਉੱਤੇ ਬੈਂਕ ਵਿਆਜ ਨਹੀਂ ਦਿੰਦਾ ਪਰ ਬੱਚਤ ਖਾਤੇ ਵਿੱਚ ਬੈਂਕ ਵਿਆਜ ਅਦਾ ਕਰਦਾ ਹੈ। ਅੱਗੇ ਆ ਗਿਆ 15ਵਾਂ ਨੰਬਰ, RTGS ਰਾਹੀਂ ਘੱਟੋ ਘੱਟ ਕਿੰਨੀ ਰਕਮ ਅਦਾ ਕੀਤੀ ਜਾ ਸਕਦੀ ਹੈ, ਘੱਟੋ ਘੱਟ 2 ਲੱਖ। NEFT ਰਾਹੀਂ ਲੈਣ ਦੇਣ ਕਰਨ ਸਮੇਂ ਰਕਮ ਦੀ ਘੱਟੋ ਘੱਟ ਜਾਂ ਵੱਧ ਤੋਂ ਵੱਧ ਸੀਮਾ ਕੀ ਹੈ। NEFT ਰਾਹੀਂ ਲੈਣ ਦੇਣ ਕਰਨ ਸਮੇਂ ਰਕਮ ਦੀ ਘੱਟੋ ਘੱਟ ਜਾਂ ਵੱਧ ਤੋਂ ਵੱਧ ਸੀਮਾ ਨਹੀਂ ਹੈ। 17ਵਾਂ ਨੰਬਰ ਕੁਐਸਚਨ, ਇੰਟਰਨੈਟ ਬੈਂਕਿੰਗ ਦੇ ਆਮ ਤੌਰ ਹੋਰ ਨਾਮ ਕਿਹੜੇ ਹਨ। ਈ ਬੈਂਕਿੰਗ, ਵੈਬ ਬੈਂਕਿੰਗ, ਵਰਚੁਅਲ ਬੈਂਕਿੰਗ ਆਦਿ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। 18ਵਾਂ ਨੰਬਰ ਕੁਐਸਚਨ, ਆਫਤ ਕਿਸ ਨੂੰ ਕਿਹਾ ਜਾਂਦਾ ਹੈ। ਖਤਰੇ ਜਦੋਂ ਘਾਤਕ ਘਟਨਾਵਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ, ਆਫਤਾਂ ਕਿਹਾ ਜਾਂਦਾ ਹੈ। 19ਵਾਂ ਨੰਬਰ ਕੁਐਸਚਨ, ਕੁਦਰਤੀ ਆਫਤਾਂ ਮੁੱਖ ਤੌਰ ਤੇ ਕਿਹੜੀਆਂ ਹਨ। ਭੂਚਾਲ, ਜਵਾਲਾਮੁਖੀ ਕਿਰਿਆ, ਸੁਨਾਮੀ, ਹੜ੍ਹ, ਚੱਕਰਵਾਤ, ਭੂਮੀ ਦਾ ਖਿਸਕਣਾ, ਬਰਫ਼ ਦੇ ਤੋਦਿਆਂ ਦਾ ਖਿਸਕਣਾ ਤੇ 8ਵਾਂ ਨੰਬਰ ਹੈਗਾ ਸੋਕਾ। ਅੱਗੇ ਆ ਗਿਆ 20th ਨੰਬਰ, ਭੂਚਾਲ ਤੋਂ ਤੁਹਾਡਾ ਕੀ ਭਾਵ ਹੈ। ਧਰਤੀ ਦੇ ਹਿੱਲਣ ਨੂੰ ਅਸੀਂ ਕੀ ਕਹਿੰਦੇ ਹਾਂ, ਭੂਚਾਲ ਦਾ ਨਾਮ ਦੇ ਦਿੰਦੇ ਹਾਂ। 21ਵਾਂ ਨੰਬਰ, ਸੁਨਾਮੀ ਕਿਵੇਂ ਪੈਦਾ ਹੁੰਦੀ ਹੈ। ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਕਿ ਸਮੁੰਦਰ ਦੇ ਤਲ ਤੇ ਭੂਚਾਲ, ਜਵਾਲਾਮੁਖੀ, ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। 22ਵਾਂ ਨੰਬਰ, ਕਬਾਇਲੀ ਸਮਾਜ ਦੇ ਲੋਕ ਵੱਧ ਗਿਣਤੀ ਵਿੱਚ ਕਿਹੜੇ ਰਾਜਾਂ ਵਿੱਚ ਰਹਿੰਦੇ ਹਨ। ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼। ਅੱਗੇ ਆ ਗਿਆ 23ਵਾਂ ਨੰਬਰ, ਕਬਾਇਲੀ ਸਮਾਜ ਦੇ ਲੋਕਾਂ ਦੇ ਮੁੱਖ ਧੰਦੇ ਕਿਹੜੇ ਹਨ। ਭੇਡਾਂ, ਬੱਕਰੀਆਂ ਅਤੇ ਪਾਲਤੂ ਪਸ਼ੂ ਪਾਲਣਾ, ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ, ਮੱਛੀਆਂ ਫੜਨਾ, ਬਲਦਾਂ ਰਾਹੀਂ ਹਲ ਵਾਹੁਣਾ ਆਦਿ। ਅੱਗੇ ਆ ਗਿਆ 24ਵਾਂ ਨੰਬਰ, ਕਬਾਇਲੀ ਸਮਾਜ ਦੇ ਲੋਕਾਂ ਨੇ ਕਿਹੜੇ ਰਾਜਾਂ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤੇ। ਕਿਹੜੇ ਵਿੱਚ ਕੀਤੇ ਸੀ। ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ, ਬਿਹਾਰ ਵਿੱਚ ਹੁੰਡਾ ਲੋਕਾਂ ਨੇ, ਉੜੀਸਾ ਵਿੱਚ ਗੈਂਡ ਲੋਕਾਂ ਨੇ ਤੇ ਮੇਘਾਲਿਆ ਵਿੱਚ ਖਾਸੀ ਲੋਕਾਂ ਨੇ, ਬੰਗਾਲ ਵਿਹਾਰ ਵਿੱਚ ਸੰਥਾਲ ਲੋਕਾਂ ਨੇ। ਇਹਨਾਂ ਦੇ ਨਾਮ ਲਿਖ ਕੇ ਆਉਣੇ ਆ। ਅੱਗੇ ਆ ਗਿਆ 25ਵਾਂ ਨੰਬਰ, ਖਾਸੀ ਕਬੀਲੇ ਦਾ ਮੋਢੀ ਕੌਣ ਸੀ, ਤੁਰਤ ਸਿੰਘ। ਅੱਗੇ ਆ ਗਿਆ 26ਵਾਂ, ਛੋਟੇ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਅਤੇ ਕਦੋਂ ਵਿਦਰੋਹ ਕੀਤਾ। ਕੋਲ ਵਕੀਲੇ ਨੇ 1820 ਈਸਵੀ ਵਿੱਚ। 27ਵਾਂ ਨੰਬਰ, ਭਾਰਤ ਦੇ ਲਘੂ ਜਾਨੀ ਛੋਟੇ ਉਦਯੋਗਾਂ ਦੇ ਪਤਨ ਦੇ 2 ਕਾਰਨ ਲਿਖੋ। ਲਘੂ ਉਦਯੋਗ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ, ਦੂਸਰਾ ਹੈ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। 28ਵਾਂ ਨੰਬਰ, ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਕਿਉਂ ਵੱਧ ਹੁੰਦੀ ਸੀ, ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। 29ਵਾਂ ਨੰਬਰ, ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ। 1853 ਈਸਵੀ ਵਿੱਚ ਮੁੰਬਈ ਵਿੱਚ। ਭਾਰਤ ਦਾ ਸਭ ਤੋਂ ਪਹਿਲਾ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ। 1854 ਈਸਵੀ ਵਿੱਚ ਸੈਰਮਪੁਰ, ਬੰਗਾਲ ਵਿੱਚ। 31ਵਾਂ ਨੰਬਰ, ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ। 1840 ਈਸਵੀ ਵਿੱਚ। ਦੱਖਣੀ ਭਾਰਤ ਵਿੱਚ ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ। 1852 ਅਸਾਮ ਵਿੱਚ। ਵਸਤੀਵਾਦ ਤੋਂ ਕੀ ਭਾਵ ਹੈ। ਵਸਤੀਵਾਦ ਤੋਂ ਭਾਵ ਹੈ ਜਾਣੀ ਅਰਥ ਹੈ ਕਿ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਕਰਨਾ। ਅੱਗੇ ਆ ਗਿਆ 34ਵਾਂ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ। ਮੁੰਬਈ, ਕਲਕੱਤਾ, ਮਦਰਾਸ ਆਦਿ। ਅੱਗੇ ਆ ਗਿਆ ਮਦਰਾਸ ਸ਼ਹਿਰ ਵਿੱਚ ਵੇਖਣਯੋਗ ਅਸਥਾਨ ਕਿਹੜੇ ਹਨ। ਤੇ ਇਹਦਾ ਆਂਸਰ ਆਏਗਾ ਗਿਰਜਾਘਰ ਭਵਨ, ਸਮਾਰਕ, ਸੁੰਦਰ ਮੰਦਰ, ਮਦਰਾਸ ਹਾਈ ਕੋਰਟ ਤੇ ਸਮੁੰਦਰੀ ਤੱਟ। ਅੱਗੇ ਆ ਗਿਆ ਮੁੰਬਈ ਸ਼ਹਿਰ ਵਿੱਚ ਵੇਖਣਯੋਗ ਸਥਾਨ ਦੇ ਨਾਮ ਦੱਸੋ। ਤੇ ਇਹਦਾ ਆਂਸਰ ਆਏਗਾ ਜੂ ਬੀਚ, ਚੌਪਾਟੀ। ਅੱਗੇ ਆ ਗਿਆ ਕੋਲਾਬਾ, ਮਾਲਾਵੀਰ ਹਿੱਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਮੁੰਬਈ ਯੂਨੀਵਰਸਿਟੀ, ਮਹਾਲਕਸ਼ਮੀ ਮੰਦਿਰ, ਵਿਕਟੋਰੀਆ ਬਾਗ, ਕਮਲਾ ਨਹਿਰੂ ਪਾਰਕ ਆਦਿ। ਹਨਾ। ਤੇ ਅੱਗੇ ਆ ਗਿਆ ਅੰਗਰੇਜ਼ਾਂ ਨੇ ਭਾਰਤ ਦੀ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਲਗਾਈ ਸੀ। 1695 ਈਸਵੀ ਵਿੱਚ ਅੰਗਰੇਜ਼ਾਂ ਨੇ ਕਲਕੱਤਾ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਸਥਾਪਿਤ ਕੀਤੀ। ਅੱਗੇ ਆ ਗਿਆ 38ਵਾਂ ਨੰਬਰ, ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜੇ 3 ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ। ਬੰਬਈ, ਕਲਕੱਤਾ, ਮਦਰਾਸ। ਅੱਗੇ ਆ ਗਿਆ 39ਵਾਂ ਨੰਬਰ, ਭਾਰਤ ਵਿੱਚ ਸਰਵਜਨਕ ਕਾਰਜ ਨਿਰਮਾਣ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ, ਲਾਰਡ ਡਲਹੌਜੀ ਨੇ। ਅੱਗੇ ਆ ਗਿਆ 40ਵਾਂ ਨੰਬਰ, ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ ਜਨਰਲ ਨੇ ਸ਼ੁਰੂ ਕੀਤਾ ਸੀ। ਇਹਦਾ ਆਂਸਰ ਆਏਗਾ ਲਾਰਡ ਕਾਰਨਵਾਲਿਸ ਨੇ। ਅੱਗੇ ਆ ਗਿਆ 41ਵਾਂ ਨੰਬਰ, ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ ਕਦੋਂ ਅਤੇ ਕਿੱਥੇ ਤੱਕ ਬਣਾਈ ਗਈ। ਇਹਦਾ ਆਂਸਰ ਆਏਗਾ
ਲਾਰਡ ਡਲਹੌਜੀ ਦੇ ਸਮੇਂ 1853 ਈਸਵੀ ਵਿੱਚ ਪਹਿਲੀ ਰੇਲਵੇ ਲਾਈਨ ਮੁੰਬਈ ਤੋਂ ਥਾਣਾ ਸ਼ਹਿਰ ਤੱਕ ਬਣਵਾਈ ਗਈ। ਅੱਗੇ ਆ ਗਿਆ ਆਨੰਦ ਮੱਠ ਨਾਵਲ ਕਿਸਨੇ ਲਿਖਿਆ ਸੀ? ਬੰਕਿਮ ਚੰਦਰ ਚੈਟਰਜੀ। ਤਾਂ ਅੱਗੇ ਆ ਗਿਆ 43ਵਾਂ ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ? ਪੁਰਤਗਾਲੀਆਂ ਦੁਆਰਾ 1557 ਈਸਵੀ ਦੇ ਵਿੱਚ। ਅੱਗੇ ਆ ਗਿਆ 44ਵਾਂ ਨੰਬਰ ਬਾਲ ਗੰਗਾਧਰ ਤਿਲਕ ਨੇ ਕਿਹੜੇ 2 ਅਖਬਾਰ ਛਾਪਣੇ ਸ਼ੁਰੂ ਕੀਤੇ ਸਨ? ਤੇ ਇਹਦਾ ਆਨਸਰ ਆਏਗਾ ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਨਾਂ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ। ਅੱਗੇ ਆ ਗਿਆ 45ਵਾਂ ਨੰਬਰ ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਨਾਮ ਲਿਖੋ। ਜੀ.ਆਰ. ਸੰਤੋਸ਼, ਗੁਲਾਮ ਸ਼ੇਖ ਅਤੇ ਸ਼ਾਂਤੀ ਅਦੇਵ ਆਦਿ ਦਾ ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲਾਂ ਦੇ ਪ੍ਰਸਿੱਧ ਚਿੱਤਰਕਾਰ ਸਨ। ਅੱਗੇ 46ਵਾਂ ਨੰਬਰ ਮਦਰਾਸ ਕਲਾ ਸਕੂਲ ਦੇ ਪ੍ਰਸਿੱਧ ਕਲਾਕਾਰਾਂ ਦੇ ਨਾਮ ਲਿਖੋ। ਡੀ.ਆਰ. ਚੌਧਰੀ, ਕੇ.ਸੀ.ਐਸ. ਪਾਣੀਕਰ, ਸਤੀਸ਼ ਗੁਜਰਾਲ, ਰਾਮ ਕੁਮਾਰ, ਕੇ.ਜੀ. ਸੁਬਰਾਮਨੀਅਮ ਮਦਰਾਸ ਕਲਾ ਸਕੂਲ ਦੇ ਪ੍ਰਸਿੱਧ ਕਲਾਕਾਰ ਸਨ। ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ। ਧਰਮ ਨਿਰਪੱਖਤਾ ਦਾ ਭਾਵ ਸਾਰੇ ਸ਼ਬਦਾਂ ਨੂੰ ਬਰਾਬਰ ਸਮਝਣਾ ਹੈ। ਅੱਗੇ ਆ ਗਿਆ 48ਵਾਂ ਨੰਬਰ ਧਰਮ ਨਿਰਪੱਖਤਾ ਦੀ ਕੋਈ ਉਦਾਹਰਨ ਦਿਓ। ਧਰਮ ਨਿਰਪੱਖਤਾ ਦੀ ਉਦਾਹਰਨ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਖ-ਵੱਖ ਧਰਮਾਂ ਦੇ ਰਹੇ ਹਨ। ਇਸ ਤਰ੍ਹਾਂ ਹੀ ਹੋਰ ਸੰਵਿਧਾਨਿਕ ਅਹੁਦਿਆਂ ਤੇ ਵੀ ਸਾਰੇ ਧਰਮਾਂ ਦੇ ਲੋਕ ਰਹੇ ਹਨ। ਅੱਗੇ ਆ ਗਿਆ 49 ਨੰਬਰ ਸੰਵਿਧਾਨ ਵਿੱਚ ਸ਼ਾਮਿਲ ਆਦਰਸ਼ਾਂ ਤੋਂ ਕੀ ਭਾਵ ਹੈ? ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਰਾਜ ਦੇ ਆਦਰਸ਼ ਸੰਪੂਰਨ ਪ੍ਰਭੂਸੱਤਾ ਸੰਪੰਨ ਧਰਮ ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰ ਦੀ ਏਕਤਾ, ਅਖੰਡਤਾ, ਗਣਰਾਜ ਆਦਿ ਸ਼ਾਮਿਲ ਕੀਤੇ ਗਏ ਹਨ। ਇਹਨਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਅੱਗੇ ਆ ਗਿਆ ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਕਿਵੇਂ ਪੂਰਾ ਕੀਤਾ ਗਿਆ ਹੈ? ਪ੍ਰਸਤਾਵਨਾ ਵਿੱਚ ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ। ਪ੍ਰਸਤਾਵਨਾ ਕੀ ਹੈ? ਪ੍ਰਸਤਾਵਨਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਇਸ ਦੇ ਮੌਲਿਕ ਸਿਧਾਂਤ ਤੇ ਆਦਰਸ਼ਾਂ ਦਾ ਅੱਧ ਵਰਣਨ ਕੀਤਾ ਜਾਂਦਾ ਹੈ। ਅੱਗੇ ਆ ਗਿਆ 52 ਨੰਬਰ ਅਧਿਕਾਰ ਤੋਂ ਕੀ ਭਾਵ ਹੈ? ਮਨੁੱਖੀ ਵਿਕਾਸ ਲਈ ਜ਼ਰੂਰੀ ਜਾਇਜ਼ ਮੰਗਾਂ ਨੂੰ ਅਧਿਕਾਰ ਕਿਹਾ ਜਾਂਦਾ ਹੈ। ਮੁੱਢਲੇ ਅਧਿਕਾਰ ਉਹ ਹਨ ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੱਭਿਆਚਾਰ ਭਾਵ ਉਸਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ। ਅੱਗੇ ਆ ਗਿਆ 53 ਨੰਬਰ ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ। ਮੁੱਢਲੇ ਅਧਿਕਾਰ ਉਹ ਹਨ ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਿਕ ਭਾਵ ਉਸਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹਨ। ਅੱਗੇ ਆ ਗਿਆ 54 ਨੰਬਰ ਕਿਸੇ ਦੇ ਅਧਿਕਾਰਾਂ ਨਾਲ ਸੰਬੰਧਿਤ 2 ਫਰਜ਼ ਲਿਖੋ। ਕਿਸੇ 2 ਅਧਿਕਾਰਾਂ ਨਾਲ ਸੰਬੰਧਿਤ 2 ਫਰਜ਼ ਲਿਖੋ। ਫਸਟ ਆਏਗਾ ਸਮਾਨਤਾ ਦੇ ਅਧਿਕਾਰ ਤਹਿਤ ਸਾਡਾ ਇਹ ਫਰਜ਼ ਹੈ ਕਿ ਅਸੀਂ ਕਿਸੇ ਨਾਲ ਵਿਤਕਰਾ ਨਾ ਕਰੀਏ, ਹੈ ਨਾ। ਦੂਸਰਾ ਆ ਗਿਆ ਸੁਤੰਤਰਤਾ ਦੇ ਅਧਿਕਾਰ ਤਹਿਤ ਸਾਡਾ ਇਹ ਫਰਜ਼ ਹੈ ਕਿ ਅਸੀਂ ਦੂਸਰਿਆਂ ਦੀਆਂ ਸੁਤੰਤਰਤਾਵਾਂ ਦਾ ਵੀ ਖਿਆਲ ਰੱਖੀਏ। ਅੱਗੇ ਆ ਗਿਆ 55 ਨੰਬਰ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ? ਇਸ ਅਧਿਕਾਰ ਤਹਿਤ ਜੇਕਰ ਸਾਡੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਤਾਂ ਅਸੀਂ ਨਿਆਂਪਾਲਿਕਾ ਦੀ ਸ਼ਰਨ ਲੈ ਲੈਂਦੇ ਹਾਂ। ਅੱਗੇ ਆ ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ? ਅਨੁਛੇਦ 17। ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ? ਅਦਾਲਤਾਂ ਜੋ ਕਾਨੂੰਨ ਅਨੁਸਾਰ ਨਿਆਂ ਕਰਦੀਆਂ ਹਨ ਉਹਨਾਂ ਨੂੰ ਨਿਆਂਪਾਲਿਕਾ ਕਹਿੰਦੇ ਹਨ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਤੇ ਕਿੱਥੇ ਸਥਿਤ ਹੈ? ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਯਾਨੀ ਸਰਵਉੱਚ ਅਦਾਲਤ ਨਵੀਂ ਦਿੱਲੀ ਵਿਖੇ ਸਥਿਤ ਹੈ। ਅੱਗੇ ਆ ਗਿਆ 59 ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ? ਸਿਵਲ ਜਾਂ ਦੀਵਾਨੀ। ਦੂਸਰਾ ਆ ਗਿਆ ਫੌਜੀਦਾਰੀ। ਨੈਕਸਟ ਆ ਗਿਆ ਸਿਵਲ ਮੁਕੱਦਮਾ ਕੀ ਹੈ? ਸਿਵਲ ਮੁਕੱਦਮਾ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ। ਉਹ ਮੁਕੱਦਮੇ ਜਿਨ੍ਹਾਂ ਦਾ ਸੰਬੰਧ ਨਿੱਜੀ ਜ਼ਿੰਦਗੀ ਨਾਲ ਹੁੰਦਾ ਹੈ ਜਿਵੇਂ ਮੌਲਿਕ ਅਧਿਕਾਰ, ਵਿਆਹ, ਤਲਾਕ, ਜਾਇਦਾਦ ਅਤੇ ਜ਼ਮੀਨੀ ਝਗੜੇ ਆਦਿ। ਅੱਗੇ ਆ ਗਿਆ ਸਰਕਾਰੀ ਵਕੀਲ ਕੌਣ ਹੁੰਦੇ ਹਨ? ਸਰਕਾਰੀ ਵਕੀਲ ਜਿਹੜੇ ਵਕੀਲ ਸਰਕਾਰ ਦੇ ਹੱਕ ਵਿੱਚ ਕੇਸ ਲੜਦੇ ਹਨ ਉਹਨਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ। ਅੱਗੇ ਆ ਗਿਆ ਜਨਹਿਤ ਮੁਕੱਦਮਾ PIL ਪਬਲਿਕ ਇੰਟਰਨੈਟ ਲਿਟੀਗੇਸ਼ਨ ਕੀ ਹੈ? ਆਮ ਜਨਤਾ ਦੇ ਸਾਂਝੇ ਹਿੱਤ ਲਈ ਜਦੋਂ ਕੋਈ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਜਨਹਿਤ ਮੁਕੱਦਮਾ ਕਿਹਾ ਜਾਂਦਾ ਹੈ। ਤਾਂ ਅੱਗੇ ਆ ਗਿਆ FIR ਕੀ ਹੁੰਦਾ ਹੈ? ਫਸਟ ਇਨਫੋਰਮੇਸ਼ਨ ਰਿਪੋਰਟ ਯਾਨੀ ਕਿ ਪਹਿਲੀ ਸੂਚਨਾ ਰਿਪੋਰਟ ਹੈ ਜਿਸ ਕਿਸੇ ਦੀ ਦੁਰਘਟਨਾ ਦੀ ਸੂਚਨਾ ਨੇੜੇ ਪੁਲਿਸ ਕੇਂਦਰ ਨੂੰ ਦਿੱਤੀ ਜਾਂਦੀ ਹੈ। ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ? ਇਸ ਤੋਂ ਭਾਵ ਹੈ ਕਿ ਸਮਾਜ ਦਾ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਦੇ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡੇ ਹੋਣਾ। ਅੱਗੇ ਆ ਗਿਆ ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈ? ਜਾਤੀਵਾਦ ਤੋਂ ਭਾਵ ਹੈ ਜਾਤੀ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ। ਛੂਤ-ਛਾਤ ਤੋਂ ਭਾਵ ਹੈ ਅਜਿਹੀ ਪ੍ਰਥਾ ਜਿਸ ਅਨੁਸਾਰ ਨੀਵੀਂ ਜਾਤੀ ਦੇ ਮਨੁੱਖਾਂ ਨੂੰ ਛੂਣਾ ਪਾਪ ਸਮਝਿਆ ਜਾਂਦਾ ਸੀ। ਅੱਗੇ ਆ ਗਿਆ 66 ਨੰਬਰ ਅਨਪੜ੍ਹਤਾ ਕਿਸ ਨੂੰ ਕਿਹਾ ਜਾਂਦਾ ਹੈ? ਉਹ ਵਿਅਕਤੀ ਜੋ ਪੜ੍ਹ ਅਤੇ ਲਿਖ ਨਹੀਂ ਸਕਦਾ ਹੈ ਯਾਨੀ ਪੜ੍ਹੇ ਲਿਖੇ ਨਹੀਂ ਹੁੰਦੇ ਹਨ ਉਹਨਾਂ ਨੂੰ ਅਨਪੜ੍ਹਤਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਨੈਕਸਟ ਆ ਗਿਆ ਭਾਸ਼ਾਵਾਦ ਤੋਂ ਕੀ ਭਾਵ ਹੈ? ਭਾਸ਼ਾਵਾਦ ਤੋਂ ਭਾਵ ਆਪਣੀ ਭਾਸ਼ਾ ਨੂੰ ਵਧੀਆ ਅਤੇ ਦੂਸਰੇ ਵਿਅਕਤੀ ਦਾ ਭਾਸ਼ਾ ਨੂੰ ਬੁਰਾ ਸਮਝਣਾ, ਭੇਦਭਾਵ ਕਰਨਾ ਦੇ ਵਿੱਚ ਲਿਆ ਜਾਂਦਾ ਹੈ। ਰਾਖਵੇਂਕਰਨ ਦਾ ਕੀ ਅਰਥ ਹੈ? ਰਾਖਵੇਂਕਰਨ ਦਾ ਅਰਥ ਹੈ ਅਨੁਸੂਚਿਤ ਜਾਤੀਆਂ, ਜਨਜਾਤੀਆਂ, ਪਛੜੀਆਂ ਸ਼੍ਰੇਣੀਆਂ ਲਈ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਅਤੇ ਸਰਕਾਰੀ ਨੌਕਰੀਆਂ ਦੀਆਂ ਵਿੱਚ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕਰਨੀ। ਕਿਹਾ ਗਿਆ ਅਨਪੜ੍ਹਤਾ ਦਾ ਲੋਕਤੰਤਰ ਤੇ ਕੀ ਪ੍ਰਭਾਵ ਪੈਂਦਾ ਹੈ? ਅਨਪੜ੍ਹ ਵਿਅਕਤੀ ਧਰਮ, ਜਾਤੀ ਦੇ ਆਧਾਰ ਤੇ ਜਲਦੀ ਗੁੰਮਰਾਹ ਹੋ ਜਾਂਦਾ ਹੈ। ਅਨਪੜ੍ਹ ਵਿਅਕਤੀ ਵੀ ਆਪਣੇ ਵੋਟ ਦੇ ਅਧਿਕਾਰ ਦੀ ਉਚਿਤ ਵਰਤੋਂ ਨਹੀਂ ਕਰ ਸਕਦਾ। ਤੇ ਇਸ ਤੋਂ ਅੱਗੇ ਆ ਕੇ ਸਾਡੇ ਕੋਲ 2 ਅੰਕਾਂ ਵਾਲੇ ਪ੍ਰਸ਼ਨ ਜੋ ਕਿ ਨੀਚੇ ਦਿੱਤੇ ਗਏ ਹਨ ਤੇ ਇਹ ਸਾਡੇ ਕੋਲ ਹੈਗੇ ਨੇਗੇ ਮਤਲਬ 1 ਤੋਂ ਲੈ ਕੇ ਸਾਡੇ ਕੋਲ 27 ਕੁਐਸਚਨ ਨੇ ਜਿਹੜੇ ਕਿ ਜ਼ਿਆਦਾ ਇੰਪੋਰਟੈਂਟ ਹੈ ਸਾਰੇ ਚੈਪਟਰਸ ਦੇ। ਅੱਗੇ 5 ਨੰਬਰ ਵਾਲੇ ਕੁਐਸਚਨ ਨੇਗੇ ਜੀ ਇਹ ਸਾਰੇ ਚੈਪਟਰਸ ਦੇ ਕੰਬਾਈਨ ਕਰਕੇ ਦਿੱਤੇ ਗਏ ਨੇ ਜਿਹੜੇ ਕਿ ਸਾਡੇ ਕੋਲ 1 ਤੋਂ ਲੈ ਕੇ ਕਾਫੀ ਸਾਰੇ ਨੇਗੇ। ਇਹਨਾਂ ਨੂੰ 5 ਨੰਬਰਾਂ ਦੇ ਹਿਸਾਬ ਨਾਲ ਹੈ ਜਿਹੜਾ ਆਪਾਂ ਮਤਲਬ ਪੇਪਰ ਦੇ ਵਿੱਚ ਆਪਾਂ ਅਰੇਂਜ ਕਰਕੇ ਆਉਣਾਗਾ, ਨਾ ਕਿ ਆਪਾਂ ਇਹ ਕਹਿਣਾਗਾ ਕਿ ਵੀ ਮਤਲਬ ਇਹ ਛੋਟੇ ਨੇ ਜਾਂ ਕਿਵੇਂ ਵੀ ਨੇ, ਹਨਾ। ਤਾਂ 5 ਨੰਬਰ ਦੇ ਹਿਸਾਬ ਨਾਲ ਘੱਟੋ ਘੱਟ 5.6 ਪੁਆਇੰਟ ਹੈ ਜਿਹੜੇ ਉਸ ਮਤਲਬ ਟੌਪਿਕ ਦੇ ਵਿੱਚ ਯਾਨੀ ਕੁਐਸਚਨ ਦੇ ਵਿੱਚ ਕਵਰ ਹੋਣੇ ਜ਼ਰੂਰੀ ਨੇ। ਤੇ ਇਹ ਆਪਣੇ ਕੋਲ 42 ਕੁਐਸਚਨ ਇੰਪੋਰਟੈਂਟ ਬਣਦੇ ਨੇ ਤੇ ਕੁਝ ਕੁ ਤੁਹਾਨੂੰ ਅੱਗੇ ਦਿੱਤੇ ਹੋਏ ਨੇ ਯਾਨੀ ਕਿ ਜਿਹੜਾ ਤੁਹਾਡਾ ਪੈਰਾਗ੍ਰਾਫ ਆਊਗਾ ਪੈਰਾਗ੍ਰਾਫ ਦੇ ਆਧਾਰ ਤੇ ਤੁਹਾਨੂੰ ਥੋੜ੍ਹੀਆਂ ਬਹੁਤੀਆਂ ਸਤਰਾਂ ਦਿੱਤੀਆਂ ਹੋਣਗੀਆਂ ਪੈਰੇ ਦੀਆਂ। ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਉਹਨਾਂ ਨੇ ਉਸੇ ਪੈਰਾਗ੍ਰਾਫ ਦੇ ਵਿੱਚੋਂ ਕੁਐਸਚਨ ਪੁੱਛੇ ਹੋਏ ਹੋਣਗੇ ਤਾਂ ਜਿਹੜੇ ਕਿ ਤੁਹਾਨੂੰ ਐਟ ਪ੍ਰੈਜ਼ੈਂਟ ਪੇਪਰ ਦੇ ਵਿੱਚ ਮਿਲਣਗੇ ਤੇ ਤੁਸੀਂ ਉਹਨੂੰ ਪੜ੍ਹ ਕੇ ਅਟੈਂਪਟ ਕਰਨਾ ਤੇ ਬਹੁਤ ਈਜ਼ੀ ਹੁੰਦੇ ਨੇ। ਤੇ ਤੁਸੀਂ ਤੁਹਾਨੂੰ ਸੈਂਪਲ ਵਾਈਜ਼ ਕੀ ਹੈ ਇੱਥੇ 5-6 ਪੈਰਾਗ੍ਰਾਫ ਜਿਹੜੇ ਅਸੀਂ ਪ੍ਰੋਵਾਈਡ ਕੀਤੇ ਨੇਗੇ। ਤਾਂ ਅੱਗੇ ਆ ਗਿਆ ਚੰਗੀ ਤਰ੍ਹਾਂ ਪੜ੍ਹ ਲਓ, ਪ੍ਰੀਪੇਅਰ ਕਰੋ, ਵੈਲ ਪ੍ਰੀਪੇਅਰਡ, ਗੁੱਡ ਲੱਕ, ਆਲ ਦੀ ਬੈਸਟ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ, ਸਬਸਕ੍ਰਾਈਬ ਵੀ ਕਰਨਾ ਨਾ ਭੁੱਲਿਓ। ਗੁੱਡ ਬਾਏ, ਟੇਕ ਕੇਅਰ।